देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। दैनिक सवेरा देख रहे हो तुसीं तो मैं हिम्मत सिंह दिगपाल। दोस्तों जिवें कि तुहानूं सारिਆਂ ਨੂੰ पता है किसानों का जिहड़ा संघर्ष है लगातार पिछले करीब 5 ਤੋਂ 6 ਮਹੀਨਿਆਂ ਤੋਂ लगातार जारी है ਅਤੇ ਵੱਖ-ਵੱਖ ਜਿਹੜੇ ਕਿੱਤਿਆਂ ਦੇ ਲੋਕ ਨੇ ਚਾਹੇ ਉਹ ਕਿਸਾਨ ਨੇ ਜਾਂ ਫਿਰ ਕਿਸੇ ਬਿਜ਼ਨਸਮੈਨ ਨੇ ਜਾਂ ਫਿਰ ਕਿਸੇ ਹੋਰ ਤਰ੍ਹਾਂ ਦਾ ਕੰਮਕਾਜ ਕਰਦੇ ਨੇ ਹਰ ਇੱਕ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਅਸੀਂ ਲੁਧਿਆਣਾ ਦੇ ਇੱਕ ਨੌਜਵਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਨੌਜਵਾਨ ਮਕੈਨੀਕਲ ਇੰਜੀਨੀਅਰ ਜੋ ਕਿ ਪਿਛਲੇ ਦਿਨੀ ਦਿੱਲੀ ਜਾਂਦੇ ਨੇ ਤਾਂ ਉੱਥੋਂ ਦੀ ਇਮੋਸ਼ਨਲੀ ਹੋ ਕੇ ਵਾਪਸ ਆ ਕੇ ਲੁਧਿਆਣੇ ਦੇ ਵਿੱਚ ਆਪਣੀ ਮਕੈਨੀਕਲ ਇੰਜੀਨੀਅਰ ਦੀ ਜੋਬ ਛੱਡ ਕੇ ਕਿਸਾਨਾਂ ਨੂੰ ਸਮਰਪਿਤ ਲੰਗਰ ਦੀ ਸੇਵਾ ਜਿਹੜੀ ਲਗਾਤਾਰ ਕਈ ਦਿਨਾਂ ਤੋਂ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਇੱਕ ਜੀਪ ਦੀਆਂ ਤੁਸੀਂ ਦੇਖ ਸਕਦੇ ਹੋ ਜੀਪ ਦੇ ਵਿੱਚ ਉਹਨਾਂ ਨੇ ਆਪਣਾ ਰਹਿਣ ਸਹਿਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਔਰ ਲੰਗਰ ਦੀ ਸੇਵਾ ਵੀ ਹੈ ਜਿਹੜੀ ਲਗਾਤਾਰ ਜਾਰੀ ਹੈ। ਸੋ ਜੀਪ ਦੇ ਉੱਤੇ ਉਹਨਾਂ ਵੱਲੋਂ ਲਿਖਾਇਆ ਵੀ ਗਿਆ ਕਾਲੇ ਬਿੱਲ ਵਾਪਸ ਲਓ ਧੱਕੇਸ਼ਾਹੀ ਨਹੀਂ ਚਲੇਗੀ। ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਨੌਜਵਾਨ ਨਾਲ। ਸੋ ਲਗਾਤਾਰ ਜਿਹੜੇ ਲੋਕ ਨੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਨਿਭਾ ਰਹੇ ਨੇ ਚਾਹੇ ਉਹ ਕਿਸਾਨ ਹੋਣ ਜਾਂ ਫਿਰ ਕਿਸੇ ਵੀ ਕਿੱਤੇ ਨਾਲ ਸੰਬੰਧ ਰੱਖਦੇ ਹੋਣ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਲੰਗਰ ਦਾ ਸਮਾਨ ਆ ਸਾਰਾ ਆਪਣੀ ਗੱਡੀ ਦੇ ਵਿੱਚ ਹੀ ਰੱਖਿਆ ਹੋਇਆ। ਸੋ ਲਗਾਤਾਰ ਕਿਸਾਨਾਂ ਦੇ ਲਈ ਆਪਣੀ ਸੇਵਾ ਜਿਹੜੀ ਨਿਭਾਉਂਦੇ ਆ ਰਹੇ ਨੇ। ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਸਿਮਰਨ ਸਿੰਘ ਸੈਣੀ ਜੀ। ਕਦੋਂ ਤੋਂ ਤੁਸੀਂ ਇਹ ਸੇਵਾ ਸ਼ੁਰੂ ਕੀਤੀ ਤੇ ਕੀ ਸੋਚ ਕੇ ਕੀਤੀ? ਇਹ ਜੀ 26 ਤਰੀਕ ਤੋਂ ਸ਼ੁਰੂ ਕੀਤੀ ਸੀ ਜੀ। 25 ਤਰੀਕ ਨੂੰ ਮੈਂ ਜਦੋਂ ਕਾਲ ਆਈ ਸੀਗੀ 26 ਦੀ ਤੇ ਮੈਂ ਦਿੱਲੀ ਜਾ ਰਿਹਾ ਸੀਗਾ ਜੀ ਤੇ ਦਿੱਲੀ ਗਿਆ ਮੈਨੂੰ ਉੱਥੇ ਕਰਨਾਲ ਰੋਕ ਦਿੱਤਾ ਗਿਆ ਬੈਰੀਗੇਟਾਂ ਨੇ ਤੇ ਕੁਝ ਇਦਾਂ ਸੀ ਵੀ ਇਹਦੇ 'ਚ ਤੇਲ ਵੀ ਜ਼ਿਆਦਾ ਪੈਂਦਾ ਵਾ ਤੇ ਤੇਲ ਨਾਲ ਸਟੋਰ ਲੈ ਕਰਕੇ ਜਾ ਨਹੀਂ ਸੀ। ਟਰੈਕਟਰ ਡਰਾਈਵਰ ਜਿਹੜੀ ਕਾਲ ਆਈ ਸੀ ਉਹ ਤਾਂ ਲੈ ਗਏ ਸੀਗੇ ਤੇ ਜਦੋਂ ਮੈਂ ਉੱਥੋਂ ਵਾਪਸ ਆ ਰਿਹਾ ਤੇ ਆਉਂਦੇ ਹੋਏ ਲੁਹਾਰੇ ਵਾਲੇ ਪੁਲ ਦੇ ਉੱਤੇ 2 ਮੋਟਰਸਾਈਕਲ ਸਵਾਰ ਖੜੋਤੇ ਸੀ। ਉਹਨਾਂ ਦੀ ਝੰਡੀਆਂ ਲੱਗੀਆਂ ਸੀ ਬੈਗ ਉਹਨਾਂ ਕੋਲ ਸੀ ਤੇ ਮੈਂ ਨਾ ਉਹਨਾਂ ਕੋਲ ਗੱਡੀ ਰੋਕ ਲਈ ਕਿਉਂਕਿ ਮੈਂ ਲੋਕਲ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀਰ ਜੀ ਵੀ ਕੋਈ ਮਦਦ ਚਾਹੀਦੀ ਹੈ ਤਾਂ ਮੈਨੂੰ ਦੱਸੋ ਮੈਂ ਇੱਥੋਂ ਦਾ ਲੋਕਲ ਰਹਿਣ ਵਾਲਾ ਵਾਂ। ਤੇ ਉਹ ਕਹਿੰਦੇ ਵੀ ਵੀਰ ਜੀ ਸਾਨੂੰ ਬਈ ਕੋਈ ਚਾਹ ਹੋ ਸਕਦੀ ਤਾਂ ਠੀਕ ਆ ਕਿਉਂਕਿ ਠੰਡ ਜ਼ਿਆਦਾ ਵਾ ਤੇ ਤਰੇਲ ਨਾਲ ਵੀ ਭੱਜੇ ਪਏ ਸੀ ਤੇ ਮੈਂ ਕਿਹਾ ਵੀਰੇ ਇੱਥੇ ਕੋਈ ਢਾਬਾ ਤਾਂ ਹੈ ਨਹੀਂ ਤੇ ਉਹਨਾਂ ਨੇ ਮੋਗੇ ਵੱਲ ਨੂੰ ਜਾਣਾ ਸੀਗਾ ਤੇ ਮੈਂ ਕਿਹਾ ਮੇਰੇ ਨਾਲ ਮੇਰੇ ਘਰੇ ਚਲੋ। ਕਹਿੰਦੇ ਨਹੀਂ ਵੀਰੇ ਅਸੀਂ ਘਰੇ ਜਾਵਾਂਗੇ ਹੁਣ ਤਾਂ ਚਲੋ ਠੰਡ 'ਚ ਆ ਕੇ ਤੁਰੇ ਆ ਤੇ ਪਹੁੰਚ ਜਾਵਾਂਗੇ ਤੇ ਅਸੀਂ ਫਿਰ ਉਹ ਚਲੇ ਗਏ ਤੇ ਮੈਂ ਇੱਥੇ ਕੁਝ ਦੇਰ ਖੜਾ ਰਿਹਾ ਮੇਰੇ ਦਿਮਾਗ 'ਚ ਆਇਆ ਵੀ ਯਾਰ ਪੈਸੇ ਵੀ ਆਪਣੇ ਕੋਲ ਹੈਗੇ ਆ ਗੱਡੀ ਵੀ ਹੈਗੀ ਆ ਤੇ ਕਿਉਂ ਨਾ ਆਪਾਂ ਇੱਥੇ ਵੀ ਜ਼ਿਆਦਾ ਨਹੀਂ ਤਾਂ ਕੋਈ ਚਾਹ ਦਾ ਲੰਗਰ ਸ਼ੁਰੂ ਕਰ ਦਿੱਤੀ ਹੈ। ਤੇ ਮੈਂ ਰਾਤ ਵੇ ਸੋਚ ਕੇ ਤੇ ਸਵੇਰੇ ਮੈਂ ਘਰੇ ਗਿਆ ਤੇ ਜਾ ਕੇ ਦੁੱਧ ਲੈ ਕੇ ਆਪਣੀ ਗੱਡੀ ਦੇ ਥਾਰ 'ਚ ਰੱਖ ਕੇ ਤੇ ਕੁਝ ਖਾਣ ਪੀਣ ਦੇ ਬਿਸਕੁਟ ਵਗੈਰਾ ਪੈਕਟ ਰੱਖ ਕੇ ਤੇ ਮੈਂ ਇੱਥੇ ਆ ਗਿਆ। ਇੱਥੇ ਆ ਕੇ ਤੇ ਰਾਤ ਨੂੰ ਮੈਂ ਲੰਗਰ ਸ਼ੁਰੂ ਕਰ ਦਿੱਤਾ ਤੇ ਮੇਰੇ ਵੀ ਜਦੋਂ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਰਾਤ ਨੂੰ ਸਾਰੇ ਟਰੈਕਟਰ ਟਰਾਲੀਆਂ ਨੇ ਰੁਕਣ ਲੱਗ ਪਏ। ਸੇਵਾ ਤਾਂ ਬਾਈ ਜੀ ਸਾਰੇ ਕਰ ਰਹੇ ਨੇ ਕਈ ਲੋਕ ਲੱਗੇ ਹੋਏ ਨੇ ਲੱਖਾਂ ਦੇ ਹਿਸਾਬ ਨਾਲ ਲੋਕ ਨੇ ਜਿਹੜੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੇ ਨੇ ਸੇਵਾ ਵੀ ਕਰ ਰਹੇ ਨੇ ਪਰ ਤੁਸੀਂ ਨੌਕਰੀ ਛੱਡ ਕੇ ਸੇਵਾ ਕਰਤੀ ਨੌਕਰੀ ਕਿਉਂ ਛੱਡਤੀ? ਦੇਖੋ ਜੀ ਇੱਕ ਦਿਨ ਤਾਂ ਜਿੱਦਾਂ ਉੱਥੇ 26 ਜਨਵਰੀ ਦੀ ਕਾਲ ਆਈ ਸੀ ਇੱਕ ਦਿਨ ਤਾਂ ਮੈਨੇਜ ਹੋ ਜਾਊਗਾ ਜੀ 2 ਦਿਨ ਮੈਨੇਜ ਹੋਊਗਾ ਪਰ ਪ੍ਰਾਈਵੇਟ ਕੰਪਨੀ ਵਾਲੇ ਮੈਨੇਜ ਨਹੀਂ ਕਰਦੇ ਜੀ ਤੇ ਇਸ ਲਈ ਫਿਰ ਮੈਨੂੰ ਉੱਥੇ ਨੌਕਰੀ ਛੱਡ ਕੇ 2-3 ਦਿਨ ਤਾਂ ਮੈਂ ਇੱਥੇ ਚੱਲਦਾ ਰਿਹਾ। ਫਿਰ ਜਦੋਂ ਮੈਨੂੰ ਇੱਥੇ ਦੇਖਿਆ ਵੀ ਸੰਗਤਾਂ ਵੀ ਜ਼ਿਆਦਾ ਇਕੱਠੀਆਂ ਹੋਣ ਲੱਗੀਆਂ ਰਾਤ ਨੂੰ ਟਰੈਕਟਰ 1:30-2 ਵਜੇ ਜਿਹੜੇ ਆਉਂਦੇ ਆ ਉਹ ਰੁਕਣ ਲੱਗ ਪਏ ਕਿਉਂਕਿ ਟਰੈਕਟਰ ਚੱਲਦਾ ਜੀ ਸਵੇਰੇ ਉੱਥੋਂ ਦਿੱਲੀੋਂ ਸਵੇਰੇ ਚੱਲਦਾ ਤੇ ਪੰਜਾਬ ਆਉਂਦੇ ਜਿਹੜੇ ਮਰਜ਼ੀ ਚੱਲ ਜੀ ਪੰਜਾਬ ਆਉਂਦੇ ਹਨੇਰਾ ਹੋ ਹੀ ਜਾਂਦਾ ਠੀਕ ਹੈ ਜੀ। ਤੇ ਫਿਰ ਕੋਈ ਰਸਤੇ 'ਚ ਰੁਕਣ ਵੀ ਰਹਿੰਦੇ ਆ ਲੰਗਰ ਪਾਣੀ ਤੇ ਫਿਰ ਮੈਂ ਇੱਥੇ ਤੇ ਮੈਨੂੰ ਮੈਂ ਕਿਹਾ ਵੀ ਨਹੀਂ ਨੌਕਰੀ ਛੱਡ ਦਈਏ ਤੇ ਛੱਡ ਕੇ ਤੇ ਇੱਥੇ ਜੋ ਬਾਬਾ ਜੀ ਜਿੰਨੀ ਦੇਰ ਕਹਿਣਗੇ ਉਨੀ ਦੇਰ ਸੇਵਾ ਕਰਾਂਗੇ ਕਿਉਂਕਿ ਮੈਂ ਪੜ੍ਹਿਆ ਲਿਖਿਆ ਜੀ ਇੰਜੀਨੀਅਰ ਆ ਮੇਰਾ ਜੋ ਐਕਸਪੀਰੀਅੰਸ ਆ ਜਾਂ ਮੇਰੀ ਜੋ ਸਟੱਡੀ ਉਹ ਕੋਈ ਖੋ ਨਹੀਂ ਸਕਦਾ। ਅੱਜ ਵੀ ਤਾਂ ਕੱਲ੍ਹ ਜੋ ਜਿੱਤ ਜਾਵਾਂਗੇ ਮੋਰਚਾ ਤੇ ਆਪਾਂ ਫਿਰ ਦੁਬਾਰਾ ਸ਼ੁਰੂ ਕਰ ਦਾਂਗੇ ਨੌਕਰੀ ਜੀ। ਘਰਦਿਆਂ ਦੀ ਕਿੱਦਾਂ ਦੀ ਸਪੋਰਟ ਮਿਲੀ ਤੁਸੀਂ ਨੌਕਰੀ ਛੱਡੀ? ਘਰਦਿਆਂ ਦੇ ਵੱਲੋਂ ਕੀ ਕਿਹਾ ਵੀ ਨੌਕਰੀ ਕਰਨੀ ਹੈ ਜਾਂ ਫਿਰ ਛੱਡਣੀ ਹੈ? ਦੇਖੋ ਜੀ ਘਰਦਿਆਂ ਦੀ ਗੱਲ ਕਰਾਂ ਤਾਂ ਮੇਰੇ ਘਰਦੇ ਨੇ ਮੈਨੂੰ ਮੇਰੇ ਫਾਦਰ ਸਾਹਿਬ ਜੀ ਹੈਗੇ ਜੀ ਮੈਨੂੰ ਕਦੀ ਇਹਨਾਂ ਨੇ ਰੋਕਿਆ ਨਹੀਂ ਜੀ। ਮੈਂ ਕਰੋਨਾ ਟਾਈਮ ਵੀ ਚੱਲਦਾ ਰਿਹਾ 3 ਮਹੀਨੇ ਮੈਂ ਘਰ ਦਾ ਇਕੱਲਾ ਮੁੰਡਾ ਲੋਕੀ ਕਹਿੰਦੇ ਇਹਨੂੰ ਬਿਮਾਰੀ ਲੱਗ ਜੂ ਕੁਛ ਲੱਗ ਜੂ ਮਹਾਰਾਜ ਦੀ ਡੈਡੀ ਕਹਿੰਦੇ ਵੀ ਤੂੰ ਡਟ ਕੇ ਸੇਵਾ ਕਰ ਕੋਈ ਗੱਲ ਨਹੀਂ ਜਿਹੜਾ ਕਹਿੰਦਾ ਕੋਈ ਕਹੀ ਜਾਣਦੇ। ਤੇ ਹੁਣ ਵੀ ਜਦੋਂ ਮੈਂ ਆਇਆ ਤੇ ਮੈਂ ਘਰ ਦੇ ਕਹਿੰਦੇ ਵੀ ਕਾਕਾ ਠੀਕ ਆ ਕੋਈ ਗੱਲ ਨਹੀਂ ਜੋ ਚਾਹੀਦਾ ਅਸੀਂ ਤੈਨੂੰ ਦੇਵਾਂਗੇ। ਤੇ ਫਿਰ ਮੇਰੇ ਫਾਦਰ ਸਾਹਿਬ ਨੇ ਮੇਰੀ ਭੈਣ ਨੇ ਸਾਰਿਆਂ ਨੇ ਮੇਰੀ ਬਹੁਤ ਜ਼ਿਆਦਾ ਮਤਲਬ ਮੇਰੀ ਮਦਦ ਕੀਤੀ ਤੇ ਮੈਂ ਇੱਥੇ 3-4 ਦਿਨ ਲੰਗਰ ਚਲਾਉਂਦਾ ਰਿਹਾ ਤੇ ਹੁਣ 26 ਤਰੀਕ ਤੋਂ ਬਾਅਦ ਰੈਗੂਲਰ ਕਰ ਦਿੱਤਾ ਵੀ ਜਿੰਨੀ ਦੇਰ ਤੱਕ ਅਸੀਂ ਮੋਰਚਾ ਫਤਿਹ ਨਹੀਂ ਕਰਦੇ ਬਾਬਾ ਨਾਨਕ ਮਿਹਰ ਰੱਖੀ ਰੱਖੋ ਉਨੀ ਦੇਰ ਤੱਕ ਅਸੀਂ ਇਹ ਲੰਗਰ ਚੱਲਦਾ ਰਹੂਗਾ ਜੀ। ਅੱਗੇ ਦੀ ਕੀ ਪਲੈਨਿੰਗ ਹੈ ਤੁਹਾਡੀ? ਹੁਣ ਦਿੱਲੀ ਵੀ ਜਾਣਾ ਕਿ ਜਾਂ ਫਿਰ ਇੱਥੇ ਲੰਗਰ ਦੀ ਸੇਵਾ ਕਰਨੀ ਜੀ? ਮੈਂ ਕਹਿੰਦਾ ਮੇਰੀ ਸੇਵਾ ਇੱਥੇ ਗੁਰੂ ਮਹਾਰਾਜ ਨੇ ਬਹੁਤ ਵਧੀਆ ਲਾ ਦਿੱਤੀ ਜੀ ਕਿਉਂਕਿ ਜਿਹੜੇ ਉੱਥੋਂ ਸੰਗਤਾਂ ਆ ਰਹੀਆਂ ਜਾਂ ਜਾ ਰਹੀਆਂ ਤੇ ਇੱਥੇ ਮੇਰੇ ਕੋਲ ਪਾਰਕਿੰਗ ਵੀ ਉੱਥੇ ਰੁਕਦੇ ਆ ਤੇ ਮੈਂ ਉਹਨਾਂ ਨੂੰ ਮਤਲਬ ਚਾਹ ਦਾ ਲੰਗਰ ਦਾ ਮੈਂ ਇੱਥੇ ਰੁਕ ਕੇ ਇੱਥੇ ਹੀ ਕਿਸਾਨੀ ਸੰਘਰਸ਼ ਦੇ ਨਾਲ ਰਹੂੰਗਾ ਜੀ। ਸਰਦਾਰ ਜੀ ਤੁਹਾਡੇ ਬੇਟੇ ਨੇ ਜਦੋਂ ਜੋਬ ਛੱਡੀ ਤੁਸੀਂ ਕੀ ਸੋਚਿਆ ਵੀ ਜੋਬ ਕਰਨੀ ਹੈ ਜਾਂ ਨਹੀਂ ਕਰਨੀ ਵੀ ਜੋਬ ਨਾਲੋਂ ਨਾਲ ਕਰੀ ਚੱਲ ਸੇਵਾ ਵੀ ਨਾਲ ਹੁੰਦੀ ਰਹੂਗੀ? ਬੇਨਤੀ ਹੈ ਵੀ ਮੇਰਾ ਨਾਮ ਜਸਪਾਲ ਸਿੰਘ ਸੈਣੀ ਹੈ। ਮੈਂ ਸਮਾਜ ਸੇਵਕ ਮੈਂ ਖੁਦ ਸਮਾਜ ਸੇਵਕ ਮੈਂ ਗਰੀਬ ਬੱਚਿਆਂ ਨੂੰ
ਮਤਲਬ ਨੌਕਰੀਆਂ ਦੇ ਫਾਰਮ ਅਪਲਾਈ ਕਰਾਉਣਾ ਮੈਂ ਉਹਨਾਂ ਦੀਆਂ। ਜੇ ਕੋਈ ਰਾਸ਼ਨ ਹੈ ਨਹੀਂ ਉਹ ਮੈਂ ਰਾਸ਼ਨ ਦਿੰਦਾ ਮੈਂ ਉਹਨਾਂ ਨੂੰ। ਹਰ ਬੱਚੇ ਨੂੰ ਪੀੜਤ ਕਰ ਮੈਂ ਆਪਣੇ ਨਾਲ ਜੋੜਦਾ ਮੈਂ ਉਹਨਾਂ ਨੂੰ। ਇਹ ਕੋਈ ਸਾਡੇ ਕੋਈ ਨਵਾਂ ਕੰਮ ਨਹੀਂ ਹੈਗਾ। ਮੈਂ ਆਪ ਖੁਦ ਇਹ ਸੇਵਾ ਕਰਦਾ ਰਿਹਾ ਮੈਂ ਤੇ ਹੁਣ ਵੀ ਇਹ ਕਰਦਾ। ਤਾਂ ਮੈਂ ਬੇਟੇ ਨੂੰ ਮੈਂ ਕਦੇ ਇਸ ਕੰਮ ਤੋਂ ਗਲਤ ਰੋਕਾਂਗਾ ਨਹੀਂ। ਜਿੰਨੀ ਮੇਰੀ ਸਪੋਰਟ ਹੈ ਮੈਂ ਵੱਧ ਤੋਂ ਵੱਧ ਸਪੋਰਟ ਕਰਾਂਗਾ। ਮੈਂ ਵੀ ਰਿਟਾਇਰਡ MCM ਮੈਂ ਰੇਲਵੇ 'ਚ ਉਹਨੂੰ ਆਮ ਲੋਕਾਂ ਨੂੰ MCM ਦਾ ਮਤਲਬ ਪਤਾ ਨਹੀਂ। ਇੰਜੀਨੀਅਰ ਕਹਿੰਦੇ ਨੇ ਉਹਨੂੰ ਦੂਸਰੇ ਵੇ ਜਾ ਕੇ। ਤਾਂ ਮੈਂ ਵੀ ਇੱਕ ਇੰਜੀਨੀਅਰ ਹਾਂ। ਮੇਰਾ ਬੇਟਾ ਵੀ ਇੰਜੀਨੀਅਰ ਹੈ। ਮੇਰੀ ਨੂੰਹ ਵੀ ਇੰਜੀਨੀਅਰ ਹੈ। ਮੇਰੇ ਫਾਦਰ ਸਾਹਿਬ ਇੰਜੀਨੀਅਰ ਸੀ। ਇਹਨਾਂ ਦੀ ਮਾਤਾ ਵੀ ਇੰਜੀਨੀਅਰ ਹੈ। ਪੂਰੀ ਫੈਮਿਲੀ ਇੰਜੀਨੀਅਰ ਰਹਿੰਦੀ ਹੈ ਜੀ ਜੀ। ਕੰਮ ਛੱਡ ਕੇ ਉਹਨੂੰ ਕਿਸਾਨੀ ਸੰਘਰਸ਼ ਦੇ ਵਿੱਚ ਸੇਵਾ ਦੇ ਰਹੇ। ਜੀ ਜੀ ਬਿਲਕੁਲ ਜੀ ਬਿਲਕੁਲ। ਇਹਨੂੰ ਪੈਸੇ ਵੱਲੋਂ ਕਿਸੇ ਕੰਪਨੀਆਂ ਨਾਲ ਦੀ ਭੈਣ ਆਣ ਦਿੰਦੀ ਹੈ, ਨਾ ਇਹਦਾ ਭਣੋਈ ਆਣ ਦਿੰਦਾ, ਨਾ ਇਹ ਭਣੋਈ ਸੱਸ ਸਹੁਰੇ ਨੂੰ ਉਹ ਵੀ ਉਹਨੂੰ ਕੰਪਨੀ ਆਣ ਦਿੰਦੇ। ਇਹਦੀ ਵਾਈਫ ਇਹਨੂੰ ਪੈਸੇ ਭੇਜਦੀ ਹੈ ਤੇ ਅਸੀਂ ਵੀ ਇਹਦੇ ਨਾਲ ਪੂਰੇ ਸਪੋਰਟ ਤੇ ਖੜੇ ਹਾਂ। ਜਿੰਨਾ ਚਿਰ ਇਹ ਚਾਹੇਗਾ, ਜਿੰਨਾ ਚਿਰ ਮੋਰਚਾ ਚੱਲਦਾ ਰਹੇਗਾ, ਉਹਨਾਂ ਚਿਰ ਅਸੀਂ ਨਾਲ ਡਟ ਕੇ ਖੜੇ ਰਹਾਂਗੇ। ਹੁਣ ਸਾਨੂੰ ਪਬਲਿਕ ਦਾ ਸਾਥ ਮਿਲਣ ਲੱਗ ਪਿਆ। ਸਾਡੇ ਤੋਂ ਇੰਨਾ ਬੋਝ ਨਹੀਂ ਹੈਗਾ। ਪਹਿਲਾਂ ਸਾਨੂੰ ਬੋਝ ਜ਼ਰੂਰ ਸੀਗਾ। ਸਾਨੂੰ ਉਸ ਗੁਰਦੁਆਰਾ ਉਹਦਾ ਮਾਡਗ੍ਰਾਮ ਤੋਂ ਸਾਡੇ ਸੰਗਤਾਂ ਜਿਹੜੇ ਸਾਡੇ ਸੀ ਉੱਥੇ ਪ੍ਰਧਾਨ ਜੀ ਗਲੋਤਰਾ ਸਾਹਿਬ, ਉਹਨਾਂ ਨੇ ਸਾਨੂੰ ਖੰਡ ਦੀ ਸਾਨੂੰ ਬੋਰੀ ਭੇਜੀ। ਸਾਨੂੰ 5 ਕਿਲੋ ਸਾਨੂੰ ਖੰਡ ਚਾਹ ਪੱਤੀ ਭੇਜੀ ਸਾਨੂੰ ਉਹਨਾਂ ਨੇ। ਫਿਰ ਉਹਨਾਂ ਨੇ ਦੁੱਧ ਵੀ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ। ਇੱਦਾਂ ਹਰ ਹੁਣ ਸਾਡੇ ਤੋਂ ਬੋਝ ਇੰਨਾ ਹੈ ਨਹੀਂ। ਅਸੀਂ ਜਿੰਨਾ ਨਾਲੋਂ ਜੋ ਹੋਊਗਾ ਅਸੀਂ ਕਰੀ ਜਾਣਾ ਕੰਮ ਆਪਣਾ। ਹੁਣ ਚਾਹ ਪੌੜਿਆਂ ਦੇ ਲੰਗਰ ਸੀ ਉਹ ਬੰਦ ਕਰਤਾ ਸੀ। ਹੁਣ ਚਾਹ ਤੇ ਇਹ ਕੰਮ ਜਾਰੀ ਰੱਖਿਆ ਸੀ। ਨਾਲ ਮਿੱਠਾ ਬਿਸਕੁਟ ਵਗੈਰਾ ਚਾਹ ਮੱਠੀਆਂ ਕੁਛ ਇਹ ਅਸੀਂ ਨਮਕੀਨ ਜਿਹੜਾ ਬਣਿਆ ਬਣਾਇਆ ਲੈ ਕੇ ਆਉਂਦਾ ਤੇ ਅਸੀਂ ਸੰਗਤਾਂ ਨੂੰ ਆਉਂਦੀਆਂ ਸੰਗਤਾਂ ਨੂੰ ਵਰਤਾਉਂਦੇ ਹਾਂ ਜੀ। ਬਿੱਲਾਂ ਦੀ ਜੇਕਰ ਗੱਲ ਕੀਤੀ ਜਾਵੇ, 3 ਬਿੱਲ ਜਿਹੜੇ ਸਰਕਾਰ ਦੇ ਵੱਲੋਂ ਲਿਆਂਦੇ ਗਏ ਨੇ। ਕਿਸਾਨ ਲਗਾਤਾਰ ਆਪਣੀਆਂ ਮੰਗਾਂ ਤੇ ਖੁਦ ਡਟੇ ਹੋਏ ਨੇ। ਕੇਂਦਰ ਸਰਕਾਰ ਕਹਿੰਦੀ ਹੈ ਅਮੈਂਡਮੈਂਟ ਕਰ ਦਿੰਦੇ ਆ, ਕਿਸਾਨ ਕਹਿੰਦੇ ਨੇ ਜੀ ਕਾਨੂੰਨ ਰੱਦੀ ਹੋਣੇ ਚਾਹੀਦੇ ਨੇ। 26 ਤਰੀਕ ਨੂੰ ਵੀ ਇੱਕ ਘਟਨਾ ਵਾਪਰਦੀ, ਉਸ ਤੋਂ ਬਾਅਦ ਕਾਫੀ ਜਿਹੜਾ ਸੰਘਰਸ਼ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਹੋ ਵੀ ਜਾਂਦਾ, ਪਰ ਉਸ ਤੋਂ ਬਾਅਦ ਫਿਰ ਇੱਕ ਵਾਰ ਦੁਬਾਰਾ ਜੋਸ਼ ਭਰ ਜਾਂਦਾ। ਸੋਸ਼ਲ ਮੀਡੀਆ ਤੇ ਬੜੀਆਂ ਅਫਵਾਹਾਂ ਤੇ ਫੈਲਦੀਆਂ। ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਇਹ ਜੋ ਗਲਤੀ ਤਾਂ ਸਰਕਾਰ ਸਾਡੇ ਹਿੰਦੁਸਤਾਨ ਸਰਕਾਰ ਦੀ ਹੈ। ਸਾਡੇ ਕਿਸੇ ਕਿਸਾਨ ਨੇ ਕੋਈ ਗਲਤ ਹਰਕਤ ਨਹੀਂ ਕੀਤੀ। ਜਿਹੜੇ ਉਹਨੂੰ ਲੈ ਕੇ ਗਏ ਨੇ ਉਹ ਮੋਦੀ ਸਾਹਿਬ ਦੇ ਹੀ ਬੰਦੇ ਸਨ, ਕਿ ਹੋਰ ਦੇ ਨਹੀਂ ਸਨ। ਉਹਨਾਂ ਦੀ ਫੋਟੋ ਤੁਸੀਂ ਜਾ ਦੇਖੋ, ਮੋਦੀ ਸਾਹਿਬ ਨਾਲ ਉਹਨਾਂ ਦੀ ਫੋਟੋ ਕੀਤੀਆਂ ਹੋਈਆਂ ਨੇ। ਮੋਦੀ ਸਾਹਿਬ ਬੜੇ ਬੜੇ ਘਰਾਣਿਆਂ ਨਾਲ ਉਹਦੇ ਸੰਬੰਧ ਨੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ। ਆਮ ਜਿਹੜਾ ਸਾਡਾ ਪੰਜਾਬ ਦਾ ਕਿਸਾਨ ਸੀ ਉਹਨੂੰ ਉਹ ਰਸਤੇ ਦਾ ਪਤਾ ਨਹੀਂ ਸੀ ਜਿੱਧਰ ਉਹਨਾਂ ਨੇ ਮੋੜਿਆ। ਇਹ ਗਲਤੀ ਉਹਨਾਂ ਦੀ ਸਾਡੀ ਪੁਲਿਸ ਦਿੱਲੀ ਪੁਲਿਸ ਦੀ ਵੀ ਹੈ ਜਾਂ ਜੋ ਫੋਰਸ ਲੱਗੇ ਉਹਨਾਂ ਦੀ ਵੀ ਗਲਤੀ ਹੈ। ਉਹਨਾਂ ਨੂੰ ਜਿਹੜਾ ਬੈਰੀਅਰ ਜਿਹੜਾ ਉਹ ਬੈਰੀਅਰ ਰਸਤੇ ਕਿਉਂ ਬੰਦ ਕੀਤੇ ਗਏ? ਇਹਨਾਂ ਸੰਗਤਾਂ ਨੂੰ ਸਹੀ ਰਸਤੇ ਤੋਰਨਾ ਚਾਹੀਦਾ ਸੀ। ਜਿਹੜਾ ਹਜੇ ਪੰਜਾਬ 'ਚ ਬੰਦਾ ਉਹਨੂੰ ਦਿੱਲੀ ਰਸਤੇ ਦਾ ਪਤਾ ਨਹੀਂ। ਜਿਹਦਾ ਅਗਲੇ ਜਿੱਥੇ ਸੰਗਤ ਜਾ ਰਹੀ ਉਹ ਪਿੱਛੇ ਉਹ ਵੀ ਆਪਣੇ ਟਰੈਕਟਰ ਲੈ ਕੇ ਜਾ ਰਹੇ ਨੇ। ਇਹ ਕਿ ਉਹ ਸਾਡੇ ਪੰਜਾਬੀ ਸਾਡੇ ਕਿਸੇ ਕਿਸਾਨ ਦਾ ਸਾਡੇ ਦਾ ਕੋਈ ਕਸੂਰ ਨਹੀਂ ਹੈਗਾ। ਜਿਹੜੇ ਕਿਸਾਨ ਜਿਹੜੇ ਕੇਸ ਚੱਲਦੇ ਨੇ ਉਹਨਾਂ ਨੂੰ ਬਹਾਲ ਕਰੋ, ਕੇਸਾਂ ਨੂੰ ਬਹਾਲ ਕੀਤਾ ਜਾਵੇ। ਉਹ ਅਸੀਂ ਇਹ ਮੰਗ ਕਰ ਸਰਕਾਰ ਦੇ ਮੂਹਰੋਂ ਕਿ ਉਹਨਾਂ ਨੂੰ ਸਾਡੀ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾਈ ਕੀਤੀ ਜਾਵੇ ਉਹਨਾਂ ਦੀ। ਪੰਜਾਬ ਦੇ ਵਿੱਚੋਂ ਨੌਜਵਾਨ ਜਾਂਦੇ ਨੇ, ਨੌਜਵਾਨ ਜਦਕਿ ਪੂਰੇ ਦੇਸ਼ ਭਰ ਚੋਂ ਜਾ ਰਹੇ ਨੇ। ਨੌਜਵਾਨ ਕੀ ਹਰ ਇੱਕ ਵਰਗ ਦੇ ਲੋਕ ਉੱਥੇ ਦਿੱਲੀ ਦੇ ਵਿੱਚ ਜਾ ਰਹੇ ਨੇ। 26 ਤਰੀਕ ਦੀ ਹਿੰਸਾ ਤੋਂ ਬਾਅਦ ਕਿਆਸ ਇਹ ਲਗਾਏ ਜਾ ਰਹੇ ਸੀ ਵੀ ਉੱਥੇ ਜਿਹੜੇ 1-2 ਬੰਦੇ ਦੀ ਡੈਥ ਵੀ ਹੋ ਗਈ ਹੈ, ਆਪਣੀ ਜਾਨ ਵੀ ਉਹਨਾਂ ਨੂੰ ਗਵਾਉਣੀ ਪਈ। ਕਈ ਨੌਜਵਾਨ ਜਾਂ ਕਈ ਬਜ਼ੁਰਗ ਜਾਂ ਕਈ ਹੋਰ ਲੋਕ ਜਿਹੜੇ ਨੇ ਉਹ ਲਾਪਤਾ ਨੇ। ਕਿ ਇਹ ਵੀ ਮਾਹੌਲ ਬਣਾਇਆ ਜਾ ਰਿਹਾ ਸੀ ਹੁਣ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਾਂ ਨੂੰ ਨਹੀਂ ਭੇਜਣਗੀਆਂ ਜਾਂ ਪੰਜਾਬ ਜਿਹੜੇ ਲੋਕ ਨੇ ਘਰਾਂ ਤੋਂ ਨਹੀਂ ਜਾਣਗੇ। ਇੱਥੇ ਮੈਂ ਇਹ ਕਹੂੰਗਾ, ਸਿੱਖ ਇਤਿਹਾਸ ਦਾ ਇੱਕ ਕਥਨ ਆ, ਜਬੈ ਬਾਣ ਲਾਗਿਓ ਤਵੈ ਰੁਸ ਜਾਗਿਓ। ਜਿਹੜੀ ਪੰਜਾਬੀ ਕੌਮ ਆ ਨਾ, ਪੰਜਾਬੀ ਕੌਮ ਜਦੋਂ ਇਹਨੂੰ ਕੋਈ ਲਲਕਾਰਦਾ ਇਹ ਫਿਰ ਸ਼ੇਰ ਦੀ ਦਹਾੜ ਵਾਂਗੂ ਹੋ ਜਾਂਦੇ ਨੇ। ਸੱਜਣੋ, ਜਿਹੜਾ 26 ਤਰੀਕ ਦਾ ਤੁਸੀਂ ਦੱਸਿਆ ਸੀ ਉਸ ਵੇਲੇ ਉੱਥੇ ਸੀਗੇ। ਅਸੀਂ 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਉੱਥੇ ਰਹੇ ਹਾਂ ਜੀ। ਅਸੀਂ ਉਹ ਮਾਹੌਲ ਦੇਖਿਆ। ਮੈਂ ਤੁਹਾਨੂੰ ਇੱਕ ਹਕੀਕਤ ਹੋਰ ਦੱਸਦਾ, ਹਜੇ ਅਰਦਾਸ ਹੋ ਰਹੀ ਸੀ। ਜਿਹੜੇ ਸਾਡੇ ਆਗੂ ਸਿੰਘ ਸੀਗੇ, ਆਪਣੇ ਸਿੰਘ ਸਾਹਿਬਾਨ ਨਹੀਂ ਮੈਂ ਕਹੂੰਗਾ, ਜਿਵੇਂ ਉਗਰਾਹਾਂ ਸਾਹਿਬ ਤੇ ਸਾਰੇ ਜਾਣੇ ਹਜੇ ਅਰਦਾਸ ਹੀ ਹੋ ਰਹੀ ਸੀ। ਇਹ ਜਿਹੜੇ ਸ਼ਰਾਰਤੀ ਅਨਸਰ ਸੀ, ਅਰਦਾਸ ਤੋਂ ਪਹਿਲਾਂ ਹੀ ਇਹਨਾਂ ਨੇ ਉਧਰ ਨੂੰ ਜਾਣ ਦੀ ਆਪਣੀ ਤਿਆਰੀ ਕਰਤੀ। ਹਜੇ ਹੁਕਮਨਾਮਾ ਹੋਣਾ ਸੀ, ਜਕਾਰੇ ਲੱਗਣੇ ਸੀ, ਇੱਕ ਗੁਰਸਿੱਖੀ ਰਵਾਇਤ ਦੇ ਨਾਲ ਉਧਰ ਨੂੰ ਆਪਾਂ ਚੜ੍ਹਾਈ ਕਰਨੀ ਸੀ। ਲੋੜ ਨਹੀਂ ਸੀ ਉਧਰ ਜਾਣ, ਕਿਉਂਕਿ ਸੰਘਰਸ਼ ਬਹੁਤ ਵਧੀਆ ਤਰੀਕੇ ਨਾਲ, ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਸੀ। ਹਾਂਜੀ, ਇਹ ਨਾ ਗੌਰਮੈਂਟ ਦੇ ਹੀ ਸਾਰੀ ਚਾਲ ਦੇ ਉਹਦੇ ਸਟੰਟਬਾਜ਼ੀ ਦੇ ਨਾਲ ਇੱਕ ਆਪਾਂ ਇੱਥੋਂ ਚਲੇ ਜਾਈਏ ਦਿੱਲੀ ਜਾਂ ਕਿਸੇ ਅਣਜਾਣ ਇਲਾਕੇ 'ਚ, ਸਾਨੂੰ ਰਸਤੇ ਦਾ ਕੋਈ ਨਹੀਂ ਪਤਾ ਹੁੰਦਾ, ਸਾਨੂੰ ਵੀ ਨਹੀਂ ਸੀ ਪਤਾ। ਸੋ ਇਹ ਜਿਹੜੇ ਸ਼ਰਾਰਤੀ ਅਨਸਰ ਸੀ, ਜਿਹੜੇ ਗੌਰਮੈਂਟ ਦੇ ਬੰਦੇ ਸੀ, ਜਿਹੜੇ ਮੋਦੀ ਦੇ ਬੰਦੇ ਸੀ, ਉਹਨਾਂ ਨੇ ਰਸਤਾ ਹੀ ਉਹੀ ਖੋਲ੍ਹਤਾ। ਜਿੱਧਰ ਨੂੰ ਜਾਣਾ ਸੀ ਉਧਰਲੇ ਪਾਸੇ ਪੁਲਿਸ ਲਾ ਦਿੱਤੀ ਹੈ। ਸਾਡੇ ਅੱਖੀਂ ਦੇਖਣ ਦੀਆਂ ਗੱਲਾਂ ਨੇ। ਦੂਜਾ ਪਾਸੇ ਨੂੰ ਜਿਹੜਾ ਲਾਲ ਕਿਲ੍ਹੇ ਨੂੰ ਰਸਤਾ ਜਾਂਦਾ ਸੀ ਉਧਰ ਨੂੰ ਚਲੇ ਗਏ। ਉਹਦੇ ਮਗਰ ਸਾਡੇ ਕੁਝ ਗਮਰਾਹ ਹੋਏ ਨੌਜਵਾਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਉਹ ਵੀ ਇੱਕ ਚੱਲਦੇ ਪਾਣੀ ਦੇ ਬਹਿਣ ਵਾਂਗ ਉਧਰ ਨੂੰ ਬਹਿ ਗਏ ਤੇ ਉੱਥੇ ਜੋ ਹੋਇਆ ਉਹ ਇੱਕ ਗਲਤ ਸਾਨੂੰ ਦਿਸ਼ਾ ਦੇਣ ਵਾਸਤੇ ਹੋਇਆ। ਚਲੋ ਇੱਥੇ ਮੈਂ ਇੱਕ ਗੱਲ ਹੋਰ ਕਹੂੰਗਾ, ਜਿਹੜਾ ਸਮਾਂ ਬੀਤ ਜਾਵੇ, ਉੱਥੇ ਵੀ ਮੇਰੀ ਇੰਟਰਵਿਊ ਹੋਈ ਸੀ, ਕੁਝ ਸਿੰਘ ਨੂੰ ਗਲਤ ਕਹੇ, ਮੈਂ ਉਹਨਾਂ ਨੇ ਕਿਹਾ ਜਿਹੜਾ ਕੰਮ ਹੋ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਣਾ।
ਇੱਥੇ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ, ਮੈਂ ਸਾਰੇ ਵੀਰਾਂ ਨੂੰ ਕਰੂੰਗਾ, ਇੱਥੇ ਵੀ ਕਰਦਾ, ਜੋ ਅੱਜ ਤੱਕ ਦਾ ਸਮਾਂ ਬੀਤ ਗਿਆ ਵਾਪਸ ਨਹੀਂ ਆਉਣਾ। ਅਸੀਂ ਸੋਚੀਏ ਅੱਜ ਤੋਂ ਅੱਗੇ ਦੀ, ਜੋ ਇਨਸਾਨ ਪਿੱਛੇ ਨੂੰ ਸੋਚਦੇ ਨੇ, ਅੱਗੇ ਨੂੰ ਦੇਖਦੇ ਨੇ, ਅੱਗੇ ਨੂੰ ਤੁਰਦੇ ਹੋ ਗਿਰ ਜਾਂਦੇ ਨੇ, ਅਸੀਂ ਲੰਬੀ ਸੋਚ ਰੱਖੀਏ। ਅਸੀਂ ਨਿਸ਼ਾਨਾ ਕਾਲੇ ਕਾਨੂੰਨ ਰੱਦ ਕਰਨ ਦਾ ਕਰੀਏ, ਅਸੀਂ ਮੱਛੀ ਦਾ ਨਿਸ਼ਾਨਾ ਰੱਖੀਏ, ਅਸੀਂ ਮੱਛੀ ਦੀ ਅੱਖ ਦਾ ਨਿਸ਼ਾਨਾ ਰੱਖੀਏ, ਤੇ ਅਸੀਂ ਇੱਧਰ ਉੱਧਰ ਜ਼ਿਆਦਾ ਨਾ ਕਰਦੇ ਹੋਏ। ਸੋ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ, ਆਪਾਂ ਸਾਰੇ ਜਿਸ ਰਾਹ ਤੇ ਚੱਲ ਰਹੇ ਹਾਂ ਉਹ ਠੀਕ ਹੈ। 26 ਤਰੀਕ ਨੂੰ ਜੋ ਹੋਇਆ ਉਹਨੂੰ ਭੁੱਲ ਜਾਈਏ, ਇੱਕ ਨਵੀਂ ਆਪਣੀ ਸੋਚ ਲੈ ਕੇ ਚੱਲੀਏ। ਜਿਵੇਂ ਕਿ ਸ਼ੇਰ ਆ, ਸ਼ੇਰ ਜਦੋਂ ਸ਼ਿਕਾਰ ਕਰਦਾ ਨਾ, ਉਹ ਪਿੱਛੇ 2 ਕਦਮ ਪਿੱਛੇ ਉੱਠ ਕੇ ਫੇਰ ਝਪਟ ਮਾਰਦਾ। ਤੋ ਇਸੇ ਤਰ੍ਹਾਂ ਹੀ ਅਸੀਂ ਸਾਰੇ ਉਸੇ ਤਰ੍ਹਾਂ ਦੇ ਸ਼ੇਰ ਜਿਵੇਂ ਦਹਾੜ ਕੇ ਅੱਗੇ ਸ਼ਿਕਾਰ ਕਰਦਾ, ਅਸੀਂ ਵੀ ਇਸ ਤਰ੍ਹਾਂ ਹੀ ਉਹਨੂੰ ਦੁਬਾਰਾ ਇੱਕ ਨਵੀਂ ਲਾਈਨ ਬਣਾ ਕੇ, ਇੱਕ ਨਵਾਂ ਆਪਣਾ ਰੂਲ ਬਣਾ ਕੇ ਅਸੀਂ ਚੱਲਦੇ ਹਾਂ। ਸਾਡੇ ਜੋ ਲੀਡਰ ਸਾਹਿਬਾਨ ਬਹੁਤ ਵਧੀਆ ਢੰਗ ਨਾਲ ਮੋਰਚੇ ਨੂੰ ਚਲਾ ਰਹੇ ਨੇ, ਤਾਂ ਅਸੀਂ ਸਾਰੇ ਉਹਨਾਂ ਦੀ ਸਪੋਰਟ ਕਰੀਏ। ਜੋ ਸਾਡੇ ਇੱਕ ਬਾਪ ਦੀ ਤਰ੍ਹਾਂ ਨੇ, ਅਸੀਂ ਸਾਰੇ ਉਹਨਾਂ ਦੇ ਸਾਰੇ ਬੱਚਿਆਂ ਦੀ ਤਰ੍ਹਾਂ, ਜਿਵੇਂ ਉਹ ਸਾਨੂੰ ਹੁਕਮ ਕਰਨਗੇ ਅਸੀਂ ਉਸੇ ਤਰ੍ਹਾਂ ਹੀ ਜਾਵਾਂਗੇ। ਅਸੀਂ ਲਾਹਰੇ ਦੇ ਪੁਲ ਤੋਂ ਬੋਲ ਰਹੇ ਹਾਂ। ਇਹ ਵੀਰ ਜੀ ਸੈਣੀ ਸਾਹਿਬ, ਇਹਨਾਂ ਨੇ ਇੱਥੇ ਚਾਹ ਦਾ ਲੰਗਰ ਲਾਇਆ। ਇਹਨਾਂ ਦੇ ਫਾਦਰ ਸਾਹਿਬ ਮੈਨੂੰ ਹੁਣੇ ਹੀ ਰਿਲਾਇੰਸ ਪੰਪ ਤੇ ਮਿਲੇ, ਉੱਥੇ ਰਿਲੇਸ਼ਨ ਸੀਗੇ, ਅਸੀਂ ਪਹਿਲਾਂ ਵੀ ਡੀ-ਮਾਰਟ ਤੇ ਧਰਨਾ ਦਿੰਦੇ ਰਹੇ, ਉਹਨਾਂ ਨੇ ਮੈਨੂੰ ਬੁਲਾਇਆ। ਮੈਂ ਨਾਲ ਆਪਣੇ ਜੋਤੀ ਵੀਰ ਜੀ ਨੂੰ ਵੀ ਲੈ ਕੇ ਗਿਆ, ਤੇ ਇਹਨਾਂ ਨੇ ਦੱਸਿਆ ਵੀ ਆਪਾਂ ਉੱਥੇ ਲਾਹਰੇ ਦੇ ਪੁਲ ਤੇ ਜਾਣਾ। ਮੈਂ ਕਿਹਾ ਸਾਡਾ ਤਾਂ ਪਿੰਡ ਆ। ਚਲੋ ਜੋ ਇਹਨਾਂ ਨੇ ਹੁਣ ਡਿਊਟੀਆਂ ਲਾਈਆਂ ਨੇ, ਹੁਣ ਤੋਂ ਬਾਅਦ ਮੈਂ ਸਾਡੇ ਗੁਰਦੁਆਰਾ ਸਾਹਿਬ ਦੇ ਜੋ ਜਥੇਦਾਰ ਸਾਹਿਬ ਹਨ ਭਾਈ ਰਣਧੀਰ ਸਿੰਘ ਜੀ, ਤੇ ਉਹਨਾਂ ਨੂੰ ਵੀ ਮੈਂ ਹੁਣ ਇੱਥੇ ਦਾ ਸਾਰਾ ਮਾਹੌਲ ਦੱਸਿਆ। ਅਸੀਂ ਹੁਣ ਇਹਨਾਂ ਦੇ ਨਾਲ ਵੀਰ ਜੀ ਨੇ ਜੋ ਇੱਕ ਰਾਹ ਚਲਾਇਆ, ਇਸ ਨੂੰ ਅਸੀਂ ਲਾਹਰੇ ਦੇ ਪੁਲ ਤੇ ਹੋਣ ਦੇ ਨਾਲ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ, ਇਲਾਕੇ ਦੇ ਜ਼ਿੰਮੇਵਾਰ ਹੋਣ ਦੇ ਨਾਤੇ ਅਸੀਂ ਵੀਰ ਜੀ ਹੁਣ ਦਾ ਸਪੋਰਟ ਕਰਾਂਗੇ। ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਕਾਲੇ ਕਾਨੂੰਨ ਉਹਨੂੰ ਰੱਦ ਕਰਨੇ ਪੈਣੇ। ਜੇ ਮੈਂ ਇੱਕ ਇਤਿਹਾਸ ਦੀ ਗੱਲ ਦੱਸਾਂ, ਇਤਿਹਾਸ ਦੇ ਵਿੱਚ ਹਮੇਸ਼ਾ ਯੁਗਾਂ ਤੋਂ ਪਾਪ ਤੇ ਪੁੰਨ ਦੀ ਲੜਾਈ ਚੱਲੀ ਆ ਰਹੀ ਆ, ਦੇਵਤਿਆਂ ਤੇ ਰਾਖਸ਼ਾਂ ਦੀ ਚੱਲੀ ਆ ਰਹੀ ਹੈ, ਜੋ ਰਮਾਇਣ ਦੀ ਚੱਲੀ ਆ ਰਹੀ ਆ ਆਪਣੇ, ਤੇ ਮਹਾਭਾਰਤ ਦੀ ਚੱਲੀ। ਅਖੀਰ ਨੂੰ ਜਿੱਤ ਕਿਹਦੀ ਹੁੰਦੀ ਆ? ਦੇਵਤਿਆਂ ਦੀ ਹੁੰਦੀ ਆ। ਤੋ ਇਹ ਉਹ ਵੀ ਦਿਨ ਦੂਰ ਨਹੀਂ ਜਦੋਂ ਇਸ ਦੇ ਵਿੱਚ ਵੀ ਸਾਡੇ ਦੇਵਤਾ ਰੂਪੀ ਕਿਸਾਨ ਦੀ ਜਿੱਤ ਹੋਵੇਗੀ, ਕਿਉਂਕਿ ਬਾਣੀ ਦੇ ਵਿੱਚ ਵੀ ਕਿਸਾਨ ਨੂੰ ਦੇਵਤਾ ਕਿਹਾ ਗਿਆ, ਤੇ ਅਖੀਰ ਨੂੰ ਜਿੱਤ ਕਿਸਾਨ ਦੀ ਹੀ ਹੋਵੇਗੀ। ਕਿਤੇ ਨਾ ਕਿਤੇ ਜਿੱਤ ਆਖਿਰਕਾਰ ਕਿਸਾਨਾਂ ਦੀ ਹੋਏਗੀ। ਸੋ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਲਗਾਤਾਰ ਬੁਲੰਦ ਨੇ, ਔਰ ਜਿਹੜੇ ਲੋਕ ਨੇ ਚਾਹੇ ਉਹ ਕਿਸਾਨੀ ਦਾ ਸੰਬੰਧ ਰੱਖਦੇ ਚਾਹੇ ਨਹੀਂ ਰੱਖਦੇ, ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਲਗਾਤਾਰ ਨਿਭਾਈਆਂ ਜਾ ਰਹੀਆਂ। ਪਰ ਇੰਟਰਵਿਊ ਤੁਹਾਨੂੰ ਦਿਖਾਉਣਾ ਸੀ ਤਾਂ ਜ਼ਰੂਰੀ ਸਮਝਿਆ ਵੀ ਜਿੱਥੇ ਲੋਕ ਆਪਣਾ ਕਾਰੋਬਾਰ ਛੱਡ ਕੇ ਨੌਕਰੀਆਂ ਛੱਡ ਕੇ ਲੱਗੇ ਹੋਏ ਨੇ, ਉੱਥੇ ਇਸ ਨੌਜਵਾਨ ਦੀ ਬਹੁਤ ਵੱਡੀ ਜਿਹੜੀ ਹੈਗੀ ਉਹ ਸ਼ਮੂਲੀਅਤ ਇਸ ਧਰਨੇ ਦੇ ਵਿੱਚ, ਜਿਹੜਾ ਕਿ ਆਪਣੀ ਮਕੈਨੀਕਲ ਇੰਜੀਨੀਅਰ ਦੀ ਨੌਕਰੀ ਛੱਡ ਕੇ ਕਿਸਾਨਾਂ ਦੇ ਧਰਨੇ ਨੂੰ ਸਮਰਪਿਤ ਆਪਣੀ ਜਿਹੜੀ ਸੇਵਾ ਨਿਭਾ ਰਿਹਾ ਹੈ। ਕੈਮਰਾ ਪਰਸਨ ਸੇਠੀ ਚੌਹਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।